हेलो एवरीवन, न्यू चैप्टर स्टार्ट करन लगे हैं विच इज़ स्टेट्स ऑफ मैटर। स्टेट्स ऑफ मैटर मैटर ਨੂੰ ਫਿਜ਼ੀਕਲੀ ਕਲਾਸੀਫਾਈ ਕਰਦੇ ਹਾਂ ਤਾਂ ਆਪਣੇ ਕੋਲੇ 5 ਸਟੇਟਸ ਆਉਂਦੀਆਂ ਨੇ ਜਿਹੜੀਆਂ ਕਿ ਆਪਾਂ ਪੜ੍ਹ ਚੁੱਕੇ ਹਾਂ। ਦੇ ਆਰ ਸੋਲਿਡ, ਲਿਕੁਇਡ, ਗੈਸ, plasma, Bose-Einstein condensed state. So there are 5 physical states of matter: solid, liquid, gas, plasma, Bose-Einstein condensed state. Okay, solid definite shape, definite volume, solid ਹੁੰਦਾ. Liquid definite volume but not definite shape. Gas neither definite shape nor definite volume. Plasma मैटर ਦੀ state है very high temperature ਦੇ ਉੱਪਰ. Bose-Einstein condensed state मैटर ਦੀ state है very low temperature ਦੇ ਉੱਪਰ. ਓਕੇ, ਤਾਂ ਆਪਾਂ ਇਸ ਚੈਪਟਰ ਦੇ ਵਿੱਚ states of matter ਦੇ ਵਿੱਚ ਆਪਾਂ ਪੜਾਂਗੇ only solid state, only liquid state and only gas state. ਠੀਕ ਹੈ, solid ਆਪਾਂ +2 ਦੇ ਵਿੱਚ ਪੜਾਂਗੇ, ਲਿਕੁਇਡ ਤੇ ਗੈਸ ਸਟੇਟ ਆਪਾਂ ਇਸ ਚੈਪਟਰ ਦੇ ਵਿੱਚ ਇਸ +1 ਦੇ ਵਿੱਚ ਪੜਾਂਗੇ। ਓਕੇ, ਤਾਂ ਸਰ ਨੂੰ ਪਹਿਲਾਂ ਆਪਾਂ ਸਟਾਰਟ ਕਰਨ ਲੱਗੇ ਹਾਂ ਗੈਸ। ਗੈਸ ਦੀ ਨਾ ਤਾਂ ਫਿਕਸ ਸ਼ੇਪ ਹੈ, ਸ਼ੇਪ ਇਜ਼ ਨਾਟ ਫਿਕਸਡ, ਨਾ ਹੀ ਵੋਲੀਅਮ ਫਿਕਸਡ ਹੈ। ਠੀਕ ਹੈ, ਸ਼ੇਪ ਔਰ ਵੋਲੀਅਮ ਫਿਕਸ ਨਹੀਂ ਰਹਿੰਦਾ। ਆਪਾਂ ਗੈਸ ਦੀ ਸ਼ੇਪ ਐਂਡ ਵੋਲੀਅਮ ਚੇਂਜ ਕਰ ਸਕਦੇ ਹਾਂ, ਉਹਨੂੰ ਕੰਪਰੈਸ ਕਰਕੇ, ਉਹਨੂੰ ਐਕਸਪੈਂਡ ਕਰਕੇ। ਠੀਕ ਹੈ, ਨਾਓ ਨੈਕਸਟ ਹੈ, ਸੋ ਆਪਾਂ ਬੋਲਿਆ ਕਿ ਗੈਸ ਦੀ ਨਾ ਤਾਂ ਸ਼ੇਪ ਨਾ ਵੋਲੀਅਮ ਦੋਨੋਂ ਚੀਜ਼ਾਂ ਫਿਕਸਡ ਨਹੀਂ ਰਹਿੰਦੀਆਂ, ਦੋਨੋਂ ਚੀਜ਼ਾਂ ਵੇਰੀ ਕਰਦੀਆਂ ਰਹਿੰਦੀਆਂ ਨੇ ਅਗਰ ਆਪਾਂ ਇਹਨੂੰ ਕੰਪਰੈਸ ਜਾਂ ਐਕਸਪੈਂਡ ਕਰਦੇ ਹਾਂ। ਓਕੇ, ਗੈਸ ਦੀ ਐਗਜ਼ਾਮਪਲਸ ਨੇਚਰ ਦੇ ਵਿੱਚ ਕਾਫੀ ਅਮਾਊਂਟ ਦੇ ਵਿੱਚ ਗੈਸਿਸ ਪ੍ਰੈਜ਼ੈਂਟ ਹੁੰਦੀਆਂ ਨੇ, ਜ਼ਿਆਦਾ ਅਮਾਊਂਟ ਦੇ ਵਿੱਚ ਜਿੱਦਾਂ N2 ਗੈਸ ਹੁੰਦੀ ਹੈ, ਦੈਨ ਫਿਰ ਆਕਸੀਜਨ ਗੈਸ, ਕਾਰਬਨ ਡਾਈਆਕਸਾਈਡ ਗੈਸ, ਇਸ ਤੋਂ ਇਲਾਵਾ SO2, SO3, NO2, NO3, these all are gases. ਸੋ ਗੈਸਿਸ ਨੂੰ ਆਪਾਂ ਕੰਪਰੈਸ ਔਰ ਐਕਸਪੈਂਡ ਕਰ ਸਕਦੇ ਹਾਂ, ਦੈਟਸ ਵਾਈ ਇਹਨਾਂ ਦੀ ਸ਼ੇਪ ਤੇ ਵੋਲੀਅਮ ਫਿਕਸਡ ਨਹੀਂ ਰਹਿੰਦਾ। ਓਕੇ, now ਆਪਾਂ ਇਸ ਚੈਪਟਰ ਨੂੰ ਅੱਗੇ ਕੰਟੀਨਿਊ ਕਰਨ ਲੱਗੇ ਹਾਂ। ਗੈਸ ਨੂੰ ਕੂਲ ਕਰਕੇ ਲਿਕੁਇਡ ਦੇ ਵਿੱਚ, ਲਿਕੁਇਡ ਨੂੰ ਹੀਟ ਕਰਕੇ ਗੈਸ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ। ਆਪਾਂ ਇਹ ਚੀਜ਼ ਪੜ੍ਹੀ ਹੈ, ਜਿੱਦਾਂ ਕਿ ਆਪਣੇ ਕੋਲ ਵਾਟਰ ਹੈ ਲਿਕੁਇਡ ਫਾਰਮ ਦੇ ਵਿੱਚ ਹੈ, ਇਹਨੂੰ ਆਪਾਂ ਹੀਟ ਕੀਤਾ ਤਾਂ ਵਾਟਰ ਗੈਸਿਸ ਫਾਰਮ ਦੇ ਵਿੱਚ ਕਨਵਰਟ ਹੋ ਗਿਆ। ਇਸ ਤਰ੍ਹਾਂ ਜਿਹੜਾ ਗੈਸ ਫਾਰਮ ਦੇ ਵਿੱਚ ਵਾਟਰ ਹੈ, ਇਹਨੂੰ ਆਪਾਂ ਅਗਰ ਕੂਲ ਕਰ ਲਾਂਗੇ ਤਾਂ ਇਹ ਵਾਟਰ ਲਿਕੁਇਡ ਫਾਰਮ ਦੇ ਵਿੱਚ ਆ ਜਾਏਗਾ। ਠੀਕ ਹੈ ਜੀ, ਜਿੱਦਾਂ ਇਹਦੀ ਐਗਜ਼ਾਮਪਲ ਹੈ, ਆਪਣੇ ਕੋਲ ਇੱਕ ਗਲਾਸ ਆਫ ਵਾਟਰ ਹੈ, ਠੰਡੇ ਪਾਣੀ ਦਾ ਗਲਾਸ ਹੈ, ਬਹੁਤ ਜ਼ਿਆਦਾ ਕੋਲਡ ਹੈ ਵਾਟਰ, ਉਹਦੇ ਤੁਸੀਂ ਆਸੇ-ਪਾਸੇ ਦੇਖੋਗੇ ਥੋੜ੍ਹੇ ਜਿਹੇ ਮੋਇਸਚਰ ਦੇ ਤੁਪਕੇ ਜਿਹੇ ਆ ਜਾਣਗੇ, ਗਲਾਸ ਦੇ ਨਾਲ ਲੱਗ ਜਾਣਗੇ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਆਸੇ-ਪਾਸੇ ਵਾਟਰ ਡ੍ਰੌਪਲੇਟਸ ਪ੍ਰੈਜ਼ੈਂਟ ਸੀਗੀਆਂ, ਮਤਲਬ ਵਾਟਰ ਐਜ਼ ਏ ਗੈਸ ਪ੍ਰੈਜ਼ੈਂਟ ਸੀ, ਉਹ ਕੋਲਡ ਵਾਟਰ ਦਾ ਕਰਕੇ ਕੰਡੈਂਸ ਹੋ ਗਿਆ, ਲਿਕੁਇਡ ਫਾਰਮ ਦੇ ਵਿੱਚ ਆ ਗਿਆ। ਸੋ ਇਹਦੀ ਡੈਮੋਸਟ੍ਰੇਸ਼ਨ ਵੀ ਹੋ ਗਈ, ਇੱਕ ਐਗਜ਼ਾਮਪਲ ਵੀ ਹੋ ਗਈ। ਨਾ ਅੱਗੇ ਆਪਾਂ ਕਰਦੇ ਹਾਂ ਕਿ ਗੈਸ ਨੂੰ ਲਿਕੁਇਡ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ। ਅਗਰ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਗੈਸ ਦੇ ਪਾਰਟੀਕਲਸ ਦੂਰ ਹੋਣ ਦੇ ਕਰਕੇ ਇੱਕ ਦੂਸਰੇ ਨੂੰ ਅਟਰੈਕਟ ਔਰ ਰਿਪੈਲ ਨਹੀਂ ਕਰਦੇ। ਦੇਅਰ ਇਜ਼ ਏ ਨੋ ਰਿਪਲਸ਼ਨ ਔਰ ਅਟਰੈਕਸ਼ਨ ਫੋਰਸਿਸ ਬਿਟਵੀਨ ਦ ਪਾਰਟੀਕਲਸ ਆਫ ਗੈਸ। ਬਟ ਇੱਕ ਸਾਇੰਟਿਸਟ ਸੀ ਜਿਹਦਾ ਨਾਮ ਹੈ ਵੰਡਰਵਾਲ ਸਾਇੰਟਿਸਟ ਨੇ ਇਹ ਡਿਸਕਵਰ ਕੀਤਾ, ਇਹ ਫਾਈਂਡ ਆਊਟ ਕੀਤਾ ਕਿ ਆਪਾਂ ਗੈਸ ਨੂੰ ਲਿਕੁਇਡ 'ਚ ਕਨਵਰਟ ਕਰ ਸਕਦੇ ਹਾਂ ਬਾਏ ਕੰਡੈਂਸਨ, ਕਿ ਆਪਾਂ ਗੈਸ ਨੂੰ ਲਿਕੁਇਡ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਬਾਏ ਦਾ ਪ੍ਰੋਸੈਸ ਆਫ ਕੰਡੈਂਸੇਸ਼ਨ, ਯਾਨੀ ਕਿ ਇਹਨੂੰ ਕੰਡੈਂਸ ਕਰਕੇ, ਕੂਲ ਕਰਕੇ। ਤਾਂ ਇੱਦਾਂ ਹੁੰਦਾ ਕੀ ਹੈ, ਦੇਖੋ ਪਹਿਲਾਂ ਤਾਂ ਆਪਾਂ ਕਹਿ ਰਹੇ ਹਾਂ ਕਿ ਪਾਰਟੀਕਲਸ ਦੇ ਵਿਚਕਾਰ ਕੋਈ ਵੀ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਨਹੀਂ ਹੈਗੀ। ਫਿਰ ਜਦੋਂ ਆਪਾਂ ਇਹਨੂੰ ਕੂਲ ਕਰਾਂਗੇ ਤਾਂ ਪਾਰਟੀਕਲਸ ਨੇੜੇ ਕਿਵੇਂ ਆ ਜਾਣਗੇ? ਉਹ ਕਹਿੰਦੇ ਕਿ ਕੁਛ ਫੋਰਸ ਆਫ ਅਟਰੈਕਸ਼ਨਸ ਐਂਡ ਰਿਪਲਸ਼ਨਸ, ਮੇਨਲੀ ਫੋਰਸ ਆਫ ਅਟਰੈਕਸ਼ਨਸ, ਜਦੋਂ ਆਪਾਂ ਕਿਸੇ ਗੈਸ ਨੂੰ ਕੂਲ ਕਰਦੇ ਹਾਂ, ਫੋਰਸ ਆਫ ਅਟਰੈਕਸ਼ਨਸ ਇੱਥੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਨਾਂ ਨੂੰ ਉਹਨੇ ਨਾਮ ਦਿੱਤਾ ਵੰਡਰਵਾਲ ਫੋਰਸ ਆਫ ਅਟਰੈਕਸ਼ਨਸ ਔਰ ਸਿੰਪਲੀ ਵੀਕ ਵੰਡਰਵਾਲ ਫੋਰਸਿਸ। ਠੀਕ ਹੈ, ਔਰ ਵੀਕ ਫੋਰਸਿਸ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ।
ਸੋ ਵੰਡਰਵਾਲ ਫੋਰਸ ਆਫ ਅਟਰੈਕਸ਼ਨਸ, ਇਹ ਟੌਪਿਕ ਆਪਣਾ ਵੰਡਰਵਾਲ ਫੋਰਸ ਆਫ ਅਟਰੈਕਸ਼ਨਸ। ਸੋ ਅਗਰ ਆਪਾਂ ਵੰਡਰਵਾਲ ਫੋਰਸ ਆਫ ਅਟਰੈਕਸ਼ਨਸ ਬਾਰੇ ਪੜ੍ਹੀਏ ਤਾਂ there are four type of van der Waals forces. Number one is dipole force. Number two is dipole induced dipole force of attraction. Number three is London forces. Number four is hydrogen bonding. Okay, so there are four type of forces are there: dipole induced dipole, London forces and hydrogen bonding. First है dipole force. Dipole force of attraction. ਜਿਹੜੇ ਮੋਲੀਕਿਊਲਸ ਪੋਲਰ ਹੁੰਦੇ ਆ, ਗੈਸ ਹੈ ਕੋਈ ਵੀ, ਗੈਸ ਦੇ ਮੋਲੀਕਿਊਲਸ ਪੋਲਰ ਨੇ, ਇੱਕ ਪੋਲਰ ਮੋਲੀਕਿਊਲ ਦੂਸਰੇ ਪੋਲਰ ਮੋਲੀਕਿਊਲ ਨੂੰ ਅਟਰੈਕਟ ਕਰਦਾ ਹੈ। ਇਟ ਮੀਨਸ ਇੱਕ ਡਾਈਪੋਲ ਦੂਸਰੀ ਡਾਈਪੋਲ ਨੂੰ ਅਟਰੈਕਟ ਕਰ ਰਹੀ ਹੈ, ਤਾਂ ਉਹ ਫੋਰਸ ਬਣ ਗਈ ਡਾਈਪੋਲ ਫੋਰਸ ਆਫ ਅਟਰੈਕਸ਼ਨ। ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਮੋਲੀਕਿਊਲ ਹੈ ਜਿੱਦਾਂ HBr ਹੈ, ਇੱਕ ਦੂਸਰਾ HBr ਹੈ, ਇਹਦੇ ਵਿੱਚ ਬ੍ਰੋਮੀਨ ਵੱਲ ਇਲੈਕਟ੍ਰੋਨ ਜ਼ਿਆਦਾ ਸ਼ਿਫਟ ਕਰ ਜਾਂਦੇ ਨੇ, ਸੋ ਇਲੈਕਟ੍ਰੋਨ ਡੈਂਸਿਟੀ ਬ੍ਰੋਮੀਨ ਵੱਲ ਜ਼ਿਆਦਾ ਹੈ, ਹਾਈਡਰੋਜਨ ਵੱਲ ਘੱਟ ਹੈ। ਸੇਮ ਇਹਦੇ ਵਿੱਚ ਆ ਨੈਗੇਟਿਵ ਪੋਜ਼ੀਟਿਵ, ਇਹ ਡਾਈਪੋਲ ਬਣ ਗਈ, ਇਹ ਵੀ ਡਾਈਪੋਲ ਬਣ ਗਈ ਹੈ। ਇਹਦਾ ਨੈਗੇਟਿਵ ਪੋਲ ਇਹਦੇ ਪੋਜ਼ੀਟਿਵ ਪੋਲ ਨੂੰ ਆਪਸ ਵਿੱਚ ਅਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਅਟਰੈਕਸ਼ਨ ਨੂੰ ਆਪਾਂ ਬੋਲਦੇ ਹਾਂ ਡਾਈਪੋਲ ਫੋਰਸ ਆਫ ਅਟਰੈਕਸ਼ਨ। ਜਿਹੜੀ ਡਾਈਪੋਲ ਫੋਰਸ ਆਫ ਅਟਰੈਕਸ਼ਨ ਹੈ, ਜਿੰਨੀ ਡਾਈਪੋਲ ਦੇ ਵਿੱਚ ਡਿਸਟੈਂਸ ਜ਼ਿਆਦਾ ਹੋਏਗੀ ਉਨੀ ਇਹ ਫੋਰਸ ਵੀਕ ਹੋਏਗੀ, ਜਿੰਨੀ डिस्टेंस स्मॉल होएगी उन्नी ये फोर्स स्ट्रोंग होएगी। तो ये डाइपोल फोर्स ऑफ अट्रैक्शन। अगर पोलर मॉलिक्यूल अट्रैक्ट करे दैट मीन्स डाइपोल फोर्स ऑफ अट्रैक्शन क्रिएट हो रही है। नाउ सेकंड वन इज डाइपोल इंड्यूस्ड फोर्स ऑफ अट्रैक्शन। ना एक इदां दी फोर्स है, ਇਹਦੇ ਵਿੱਚ ਇੱਕ ਜਿਹੜਾ ਮੋਲੀਕਿਊਲ ਹੈ ਉਹ ਪੋਲਰ ਹੋਏਗਾ, ਇੱਕ ਹੋਏਗਾ ਨੌਨ ਪੋਲਰ। ਸੋ ਅਗਰ ਪੋਲਰ ਐਂਡ ਨੌਨ ਪੋਲਰ ਮੋਲੀਕਿਊਲਸ ਨੂੰ ਆਪਾਂ ਮਿਕਸ ਕਰ ਦਈਏ ਤਾਂ ਵੀ ਪੋਸੀਬਿਲਿਟੀ ਹੈ ਕਿ ਇੱਕ ਪੋਲਰ ਨੌਨ ਪੋਲਰ ਮੋਲੀਕਿਊਲ ਦੇ ਨਾਲ ਅਟਰੈਕਟਿਵ ਫੋਰਸਿਸ ਕ੍ਰੀਏਟ ਕਰ ਸਕਦਾ। ਕਿੱਦਾਂ? ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਹਾਈਡਰੋਜਨ ਹੈ, ਹਾਈਡਰੋਜਨ ਦੇ ਵਿੱਚ ਕੋਈ ਵੀ ਡਾਈਪੋਲ ਨਹੀਂ ਬਣਦੀ, ਬਿਕੋਜ਼ ਹਾਈਡਰੋਜਨ ਦੇ ਵਿੱਚ ਦੋਨੋਂ ਐਟਮਸ ਸੇਮ ਨੇ, ਤਾਂ ਇਲੈਕਟ੍ਰੋਨ ਮਿਡ ਦੇ ਵਿੱਚ ਰਹਿੰਦੇ ਨੇ। ਜਿਵੇਂ H ਦੀ ਮੈਂ ਗੱਲ ਕਰਾਂ, ਦੋਨੋਂ ਇਲੈਕਟ੍ਰੋਨ ਵਿਚਕਾਰ ਰਹਿਣਗੇ, ਸੋ ਇੱਥੇ ਡਾਈਪੋਲ ਨਹੀਂ ਬਣੇਗੀ। ਸਪੋਜ਼ ਦੈਟ ਇਹਦੇ ਨੇੜੇ HBr ਦਾ ਇੱਕ ਮੋਲੀਕਿਊਲ ਆ ਗਿਆ, HBr, ਠੀਕ ਹੈ, ਇੱਥੇ ਪੋਜ਼ਿਟਿਵ ਚਾਰਜ ਹੈ, ਇੱਥੇ ਕੀ ਹੈ, ਨੈਗੇਟਿਵ ਚਾਰਜ ਹੈ। ਜਦੋਂ ਹਾਈਡਰੋਜਨ ਮੋਲੀਕਿਊਲ ਇਸ ਡਾਈਪੋਲ ਦੇ ਇਫੈਕਟ ਦੇ ਅੰਡਰ ਆਏਗਾ ਤਾਂ ਇਹਦਾ ਜਿਹੜਾ ਐਂਡ ਇਹਦੇ ਇਫੈਕਟ ਦੇ ਅੰਡਰ ਆਉਂਦਾ, ਮੰਨ ਲਓ ਪੋਜ਼ਿਟਿਵ ਐਂਡ ਦੇ ਹੀ ਨੇੜੇ ਆ ਰਿਹਾ ਪੂਰਾ ਮੋਲੀਕਿਊਲ, ਤਾਂ ਇਹਦਾ ਪੋਜ਼ਿਟਿਵ ਐਂਡ ਇਹਦੇ ਨੈਗੇਟਿਵ ਪੋਲ ਨੂੰ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਦੇਗਾ। ਸੋ ਇਹਦੇ ਵਿੱਚ ਥੋੜ੍ਹੀ ਜਿਹੀ ਡਾਈਪੋਲ ਜਿਹੜੀ ਹੈਗੀ ਆ ਉਹ ਬਣ ਜਾਣੀ ਹੈ ਨੈਗੇਟਿਵ ਪੋਜ਼ਿਟਿਵ, ਛੋਟੀ ਜਿਹੀ ਡਾਈਪੋਲ ਬਣ ਜਾਣੀ ਹੈ। ਇਟ ਮੀਨਸ ਪਹਿਲਾਂ ਇਹ ਡਾਈਪੋਲ ਨਹੀਂ ਹੈਗੀ ਸੀ, ਬਟ ਇਹਦਾ ਕਰਕੇ ਡਾਈਪੋਲ ਬਣ ਗਈ ਹੈ। ਸੋ ਇਹ ਡਾਈਪੋਲ ਕੀ ਹੋ ਗਈ? ਇੰਡਿਊਸਡ ਡਾਈਪੋਲ। ਦੋ ਤਰ੍ਹਾਂ ਦੀਆਂ ਡਾਈਪੋਲਸ ਬਣ ਗਈਆਂ, ਇੱਕ ਡਾਈਪੋਲ ਹੈ, ਇੱਕ ਇੰਡਿਊਸਡ ਡਾਈਪੋਲ। ਇਹਨਾਂ ਦੋਨਾਂ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਫਰਦਰ ਕ੍ਰੀਏਟ ਹੋ ਗਈ, ਉਹਦਾ ਨਾਮ ਹੈ ਡਾਈਪੋਲ ਇੰਡਿਊਸਡ ਡਾਈਪੋਲ ਫੋਰਸ ਆਫ ਅਟਰੈਕਸ਼ਨ। ਨਾउ ਥਰਡ ਵਨ ਹੈ ਲੰਡਨ ਫੋਰਸਿਸ। ਇਹ ਫੋਰਸਿਸ ਕ੍ਰੀਏਟ ਹੁੰਦੀਆਂ ਨੇ ਅਗਰ ਦੋਨੋਂ ਦੇ ਦੋਨੋਂ ਮਾਲੀਕਿਊਲਸ ਨਾਨ ਪੋਲਰ ਨੇ। ਫੋਰ ਐਗਜ਼ਾਮਪਲ H2, ਸੈਕਿੰਡ ਵੀ H2 ਹੈ। ਐਟ ਸਟਾਰਟਿੰਗ ਪੁਆਇੰਟ ਅਗਰ ਆਪਾਂ ਦੇਖੀਏ ਤਾਂ ਦੋਨੋਂ ਨਾਨ ਪੋਲਰ ਨੇ, ਕੋਈ ਵੀ ਅਟਰੈਕਟਿਵ ਫੋਰਸ ਲੱਗਦੀ ਨਹੀਂ ਕਿ ਇੱਥੇ ਕ੍ਰੀਏਟ ਹੋ ਸਕਦੀ ਹੈ, ਬਟ ਹਾਈਡਰੋਜਨ ਨੂੰ ਲਿਕੁਇਫਾਈ ਕੀਤਾ ਜਾ ਸਕਦਾ। ਇਟ ਮੀਨਸ ਕੋਈ ਨਾ ਕੋਈ ਫੋਰਸ ਤਾਂ ਉੱਥੇ ਲੱਗੇਗੀ, ਉਹਦੇ ਕਰਕੇ ਉਹ ਕੂਲ ਹੋਏਗਾ, ਠੰਡਾ ਹੋਏਗਾ। ਤਾਂ ਲੰਡਨ ਫੋਰਸਿਸ ਜਿਹੜੀਆਂ ਹੈਗੀਆਂ ਨੇ ਉਹ ਇੱਦਾਂ ਦੀਆਂ ਫੋਰਸਿਸ ਨੇ ਜਿਹੜੀਆਂ ਨਾਨ ਪੋਲਰ ਮੋਲੀਕਿਊਲਸ ਨੂੰ ਵੀ ਕੰਡੈਂਸ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਇੱਦਾਂ ਮੰਨਿਆ ਜਾਂਦਾ ਕਿ ਥੋੜ੍ਹੇ ਜਿਹੇ ਟਾਈਮ ਦੇ ਲਈ ਇਹ ਮੋਲੀਕਿਊਲ
ਨੈਗੇਟਿਵ ਪੋਜ਼ਿਟਿਵ ਨੂੰ ਡਿਸਪਰਸ ਕਰ ਦਿੰਦਾ ਹੈ, ਮਤਲਬ ਪੋਜ਼ਿਟਿਵ ਇੱਧਰ ਨੈਗੇਟਿਵ ਇੱਧਰ ਥੋੜ੍ਹੇ ਜਿਹੇ ਟਾਈਮ ਲਈ ਆ ਸਕਦਾ ਹੈ। ਜਿਹੜਾ ਨਾਨ ਪੋਲਰ ਮੋਲੀਕਿਊਲ ਹੈ ਥੋੜ੍ਹੇ ਜਿਹੇ ਟਾਈਮ ਦੇ ਲਈ, ਥੋੜ੍ਹੇ ਜਿਹੇ ਇੰਸਟੈਂਟ ਦੇ ਲਈ ਪੋਲਰ ਬਣ ਜਾਂਦਾ ਹੈ। ਇਹਦਾ ਕਰਕੇ ਜਿਹੜਾ ਦੂਸਰਾ ਨਾਨ ਪੋਲਰ ਮੋਲੀਕਿਊਲ ਹੈ ਉਹ ਵੀ ਪੋਲਰ ਬਣ ਜਾਂਦਾ ਹੈ। ਠੀਕ ਹੈ, ਇਹ ਸੀਗੀ ਇੰਸਟੈਂਟੇਨੀਅਸ ਡਾਈਪੋਲ, ਮੀਨਸ ਇਹ ਥੋੜ੍ਹੇ ਜਿਹੇ ਟਾਈਮ ਦੇ ਲਈ ਡਾਈਪੋਲ ਬਣੀ ਸੀ। ਇਹ ਹੈਗੀ ਹੈ ਇੰਸਟੈਂਟੇਨੀਅਸ ਇੰਡਿਊਸ ਡਾਈਪੋਲ, ਇਹ ਵੀ ਥੋੜ੍ਹੇ ਜਿਹੇ ਟਾਈਮ ਦੇ ਲਈ ਬਣੀ ਹੈ, ਬਟ ਇਹ ਇਹਦਾ ਕਰਕੇ ਇੰਡਿਊਸ ਹੋਈ ਹੈ, ਬਣੀ ਹੈ। ਸੋ ਇੱਥੇ ਫੋਰਸ ਜਿਹੜੀ ਕ੍ਰੀਏਟ ਹੋ ਗਈ ਉਹਦਾ ਸ਼ਾਰਟ ਨੇਮ ਤਾਂ ਲੰਡਨ ਫੋਰਸ ਹੈ, ਬਟ ਅਗਰ ਇੱਕ ਹੋਰ ਨੇਮ ਦੀ ਗੱਲ ਕਰੀਏ ਉਹਦਾ ਨੇਮ ਹੈ ਇੰਸਟੈਂਟੇਨੀਅਸ ਡਾਈਪੋਲ, ਇੰਸਟੈਂਟੇਨੀਅਸ ਇੰਡਿਊਸ ਡਾਈਪੋਲ, ਫੋਰਸ ਆਫ ਅਟਰੈਕਸ਼ਨ। ਤੇ ਥਰਡ ਫੋਰਸਿਸ ਆ ਗਈਆਂ। ਨੰਬਰ 4 ਹਾਈਡਰੋਜਨ ਬੌਂਡਿੰਗ। ਨੰਬਰ 4 ਇਜ਼ ਹਾਈਡਰੋਜਨ ਬੌਂਡਿੰਗ। ਹਾਈਡਰੋਜਨ ਬੌਂਡਿੰਗ, ਤੁਹਾਡੇ ਕੋਲ ਦੋ ਪੋਲਰ ਮੋਲੀਕਿਊਲਸ ਨੇ, ਤੁਹਾਡੇ ਕੋਲ ਦੋ ਪੋਲਰ ਮੋਲੀਕਿਊਲਸ ਨੇ, ਜਿੱਦਾਂ ਇੱਕ HF ਹੈ ਦੂਸਰਾ ਵੀ HF ਹੈ। ਠੀਕ ਹੈ, ਇਹ ਵੀ ਪੋਲਰ ਹੈ, ਇਹ ਵੀ ਪੋਲਰ ਹੈ। ਇੱਥੇ ਜਿਹੜੀਆਂ ਫੋਰਸਿਸ ਕ੍ਰੀਏਟ ਹੋਣਗੀਆਂ ਉਹਨੂੰ ਆਪਾਂ ਬੋਲਾਂਗੇ ਡਾਈਪੋਲ ਡਾਈਪੋਲ ਫੋਰਸ ਆਫ ਅਟਰੈਕਸ਼ਨ, ਓਬਵੀਅਸਲੀ, ਕਿਉਂਕਿ ਦੋਨੋਂ ਮੋਲੀਕਿਊਲ ਕੀ ਨੇ, ਪੋਲਰ ਨੇ। ਬਟ ਅਗਰ ਦੋਨੋਂ ਮੋਲੀਕਿਊਲ ਪੋਲਰ ਨੇ, ਠੀਕ ਹੈ, ਇੱਕ ਉਹਨਾਂ ਦੋਨਾਂ ਦੇ ਵਿੱਚ ਹਾਈਡਰੋਜਨ ਹੈ, ਇੱਕ ਹਾਈਡਰੋਜਨ ਪ੍ਰੈਜ਼ੈਂਟ ਹੈ, ਤੇ ਇੱਕ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਆ ਪੀਰੀਓਡਿਕ ਟੇਬਲ ਦਾ, ਯਾਨੀ ਕਿ ਫਲੋਰੀਨ, ਨਾਈਟ੍ਰੋਜਨ, ਆਕਸੀਜਨ। ਇਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਐਟਮ ਹੈ ਤੇ ਇੱਕ ਪਾਸੇ ਹਾਈਡਰੋਜਨ ਹੈ। ਦੋਨੋਂ ਮਾਲੀਕੂਲ ਪੋਲਰ ਨੇ, ਇੱਕ ਪਾਸੇ ਹਾਈਡਰੋਜਨ ਹੈ, ਇੱਕ ਪਾਸੇ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ। ਜਿਹੜੀ ਇਹਨਾਂ ਦੋਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਕ੍ਰੀਏਟ ਹੋ ਰਹੀ ਹੈ ਉਹਦਾ ਨਾਮ ਹੈ ਹਾਈਡਰੋਜਨ ਬੌਂਡਿੰਗ। ਤਾਂ ਹਾਈਡਰੋਜਨ ਬੌਂਡਿੰਗ ਕੀ ਹੈ? ਫੋਰਸ ਆਫ ਅਟਰੈਕਸ਼ਨ between hydrogen atom and most electronegative element of the periodic table। ਠੀਕ ਹੈ, ਤਾਂ ਇਹਦੇ ਦੋਨਾਂ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਕ੍ਰੀਏਟ ਹੋ ਰਹੀ ਹੈ ਦੈਟ ਇਜ਼ ਹਾਈਡਰੋਜਨ ਬੌਂਡਿੰਗ। ਦੇਖੋ ਇਹ ਚੀਜ਼ ਡਾਈਪੋਲ ਦਾ ਹੀ ਸਪੈਸ਼ਲ ਕੇਸ ਹੈ, ਬਟ ਇੱਥੇ ਸਿਰਫ ਥੋੜੀ ਜੀ ਰਿਕੁਆਇਰਮੈਂਟ ਹੈ। ਕੀ ਰਿਕੁਆਇਰਮੈਂਟ ਹੈ? ਕਿ ਇੱਕ ਸਾਈਡ ਤੇ ਹਾਈਡਰੋਜਨ ਹੋਣਾ ਚਾਹੀਦਾ ਹੈ, ਇੱਕ ਸਾਈਡ ਤੇ ਇਹਨਾਂ ਤਿੰਨਾਂ ਚੋਂ ਕੋਈ ਵੀ ਹੋਣਾ ਚਾਹੀਦਾ, ਤਾਂ ਉਹਨੂੰ ਆਪਾਂ ਨਾਮ ਦੇ ਦਾਂਗੇ ਹਾਈਡਰੋਜਨ ਬੌਂਡਿੰਗ। ਹਾਈਡਰੋਜਨ ਬੌਂਡਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਇੰਟਰਮੋਲੀਕੂਲਰ and intramolecular। ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਇੱਕ ਮੋਲੀਕਿਊਲ ਦੀ ਦੂਸਰੇ ਮੋਲੀਕਿਊਲ ਦੇ ਨਾਲ ਜਿਹੜੀ ਫੋਰਸ ਆਫ ਅਟਰੈਕਸ਼ਨ ਕ੍ਰੀਏਟ ਹੁੰਦੀ ਹੈ। ਇੰਟਰਾਮੋਲੀਕੂਲਰ ਇੱਕੋ ਮੋਲੀਕਿਊਲ ਦੇ ਵਿੱਚ ਜਿਹੜੀ ਹਾਈਡਰੋਜਨ ਬੌਂਡਿੰਗ ਕ੍ਰੀਏਟ ਹੋ ਰਹੀ ਹੈ ਉਹ ਕੀ ਹੈ? ਇੰਟਰਾਮੋਲੀਕੂਲਰ। ਫੋਰ ਐਗਜ਼ਾਮਪਲ HF ਹੈ, ਦੂਸਰੇ HF ਨੂੰ ਅਟਰੈਕਟ ਕਰ ਰਹੇ ਹੈ, ਇਟ ਮੀਨਸ ਜਿਹੜੀ ਇਹ ਵਾਲੀ ਬੌਂਡਿੰਗ ਹੈ ਇਹ ਕੀ ਹੈ? ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੈ, ਇੱਕ ਮੋਲੀਕਿਊਲ ਦੀ ਦੂਸਰੇ ਮੋਲੀਕਿਊਲ ਦੇ ਨਾਲ ਜਿਹੜੀ ਫੋਰਸ ਹੈ ਕ੍ਰੀਏਟ ਹੋ ਰਹੀ ਹੈ। ਜਿੱਦਾਂ ਆਪਣੇ ਕੋਲ ਇੱਕ ਹੋਰ ਮੋਲੀਕਿਊਲ ਹੈ ਲਾਈਕ ਦਿਸ ਮੋਲੀਕਿਊਲ OH, N ਡਬਲ ਬੌਂਡ O, ਇਹਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਇਹਨੂੰ ਬੈਂਜ਼ੀਨ ਬੋਲਦੇ ਆ। ਕਲੋਜ਼ ਰਿੰਗ ਹੈ, ਸਿੰਗਲ ਬੌਂਡ ਡਬਲ ਬੌਂਡ, ਸਿੰਗਲ ਬੌਂਡ ਡਬਲ ਬੌਂਡ, ਸਿੰਗਲ ਬੌਂਡ, ਐਵੇਂ ਹੁੰਦਾ। ਇਹਦੇ ਨਾਲ OH ਗਰੁੱਪ ਅਟੈਚ ਹੈ, ਇੱਧਰ NO2 ਗਰੁੱਪ ਅਟੈਚ ਹੈ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਇੱਥੇ ਹਾਈਡਰੋਜਨ ਬੌਂਡਿੰਗ ਕ੍ਰੀਏਟ ਹੋ ਰਹੀ ਹੈ। ਦੇਖੋ, ਕਿਉਂਕਿ ਹਾਈਡਰੋਜਨ ਐਟਮ ਹੈ, ਇਹ ਆਕਸੀਜਨ ਐਟਮ ਹੈ, ਇਹਨਾਂ ਦੇ ਵਿੱਚੋਂ ਹੀ ਆ ਰਿਹਾ ਆਕਸੀਜਨ, ਸੋ ਇਹ ਵੀ ਹਾਈਡਰੋਜਨ ਬੌਂਡਿੰਗ ਹੈ, ਬਟ ਇਹ ਇੱਕੋ ਮੋਲੀਕਿਊਲ ਦੇ ਵਿੱਚ ਕ੍ਰੀਏਟ ਹੋ ਰਹੀ ਹੈ, ਤਾਂ ਇਹਦਾ ਨਾਮ ਹੈ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡਿੰਗ। ਤਾਂ ਦੋ ਤਰ੍ਹਾਂ ਦੀ ਹਾਈਡਰੋਜਨ ਬੌਂਡਿੰਗ ਹੋਏਗੀ, ਇੰਟਰਮੋਲੀਕੂਲਰ ਐਂਡ ਇੰਟਰਾਮੋਲੀਕੂਲਰ। ਠੀਕ ਹੈ ਜੀ, ਤੇ ਕੁਝ ਫੋਰਸਸ ਨੇ ਜਿਹੜੀਆਂ ਕਿੱਦਾਂ ਆਪਾਂ ਗੈਸ ਨੂੰ ਕੰਡੈਂਸ ਕਰ ਸਕਦੇ ਉਹਦੇ ਲਈ ਰਿਸਪੌਂਸੀਬਲ ਨੇ। ਸੋ ਇਹਨਾਂ ਨੂੰ ਪੜ੍ਹਨਾ ਜ਼ਰੂਰ, ਅਤੇ ਮੈਨੂੰ ਫੀਡਬੈਕ ਵੀ ਦੇਣੀ ਹੈ ਕਿ ਤੁਹਾਨੂੰ ਕਿੱਦਾਂ ਦਾ ਇਹ ਲੈਕਚਰ ਲੱਗ ਰਿਹਾ ਹੈ। ਅੱਗੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਕਾਫੀ ਬੱਚਿਆਂ ਦਾ ਹੋਰ ਦਾ ਵੀ ਇਹ ਤੋਂ ਕੁਝ ਸਿੱਖਣ ਨੂੰ ਮਿਲਦੇ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।